बाप बेटा रूपा नाम ते आमेन। सब भैन भरा यीशु मसीह दी सलाम, गुड मॉर्निंग, गुड आफ्टरनून। पिता परमेश्वर प्रभु यीशु मसीह ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਅੱਜ ਦਾ ਦਿਨ ਤਾਂ ਅੱਜ ਦਾ ਸਮਾਂ ਹੈ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦਾ ਧੰਨਵਾਦ ਕਰੀਏ, ਉਸ ਦੀ ਮਹਿਮਤ ਦੀ ਵਡਿਆਈ ਕਰੀਏ, ਪ੍ਰਭੂ ਦੇ ਵਚਨ ਪੜ੍ਹ ਕੇ ਆਪਣੇ ਭੈਣ ਭਰਾ ਨੂੰ ਨਸ਼ੇ ਕਰੀਏ, ਪ੍ਰਭੂ ਦੇ ਪਿੱਤਰ ਚਰਨ ਚੜ੍ਹਨ ਦੀ ਦੁਆਵਾਂ ਕਰਦੇ, ਬੇਨਤੀਆਂ ਕਰਦੇ ਕਿ ਪ੍ਰਭੂ ਯਿਸੂ ਸਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਨੇ ਅਕਲ ਬੁੱਧੀ ਗਿਆਨ ਦੇਵੇ, ਉਹ ਪਵਿੱਤਰ ਆਤਮਾ ਨੇ ਸਾਡੀ ਅਗਵਾਈ ਕਰੇ ਜਦੋਂ ਵੀ ਅਸੀਂ ਪ੍ਰਭੂ ਦੇ ਵਚਨ ਪੜ੍ਹੀਏ, ਸੁਣੀਏ ਔਰ ਪ੍ਰਾਰਥਨਾ ਕਰੀਏ। ਪ੍ਰਭੂ ਆਪਦੀ ਸ਼ਕਤੀ ਰਾਹੀਂ ਸਾਨੂੰ ਬੋਲਣ ਸਮੇਂ, ਪ੍ਰਾਰਥਨਾ ਕਰਨ ਸਮੇਂ ਚੰਗੇ ਚੰਗੇ ਵਚਨ ਦੇਵੇ। ਮੇਰੇ ਭੈਣ ਪ੍ਰਭੂ, ਅੱਜ ਫੀਸਟ ਹੈ, ਫੀਸਟ ਆਫ ਓਲ ਹੋਲੀ ਸੋਲ। ਸਭ ਪਵਿੱਤਰ ਰੂਹਾਂ ਦੀ ਫੀਸਟ ਮਨਾਈ ਜਾ ਰਹੀ ਹੈ। ਅਸੀਂ ਜੋ ਅਸੀਂ ਸੰਤ ਕਹਿੰਦੇ ਉਹਨਾਂ ਨੂੰ, ਜਿਹੜੇ ਇਸ ਵਕਤ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੇ ਤਖ਼ਤ ਦੇ ਇਰਦ ਗਿਰਦ ਬੈਠ ਕੇ ਦਿਨ ਰਾਤ ਉਹਨਾਂ ਦੀ ਭਗਤੀ ਕਰਦੇ ਹਨ, ਉਹਨਾਂ ਦੀ ਆਰਾਧਨਾ ਕਰਦੇ ਹਨ। ਅਸੀਂ ਉਹਨਾਂ ਨੂੰ ਪ੍ਰਾਰਥਨਾ ਕਰਨ ਲਈ ਆਖ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਮਦਰ ਟਰੀਜ਼ਾ, ਅਸੀਂ ਸਭ ਜਾਣਦੇ ਹਾਂ ਕਿ ਮਦਰ ਟਰੀਜ਼ਾ ਨੇ ਇਸ ਸੰਸਾਰ ਵਿੱਚ, ਖਾਸ ਕਰਕੇ ਇੰਡੀਆ ਵਿੱਚ, ਕਿਸ ਤਰ੍ਹਾਂ ਉਸਨੇ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਕੰਮ ਕੀਤਾ ਔਰ ਇਸ ਵਕਤ ਸਵਰਗ ਵਿੱਚ ਪ੍ਰਭੂ ਪਰਮੇਸ਼ਰ ਦਾ ਕੰਮ ਕਰ ਰਹੀ ਹੈ ਐਜ ਏ ਸਵਰਦੂਤ, ਐਜ ਏ ਐਂਜਲਸ। ਸੋ ਅਸੀਂ ਉਹਨਾਂ ਸਾਰੇ ਰੂਹਾਂ ਨੂੰ, ਸੰਤਾਂ ਨੂੰ ਪ੍ਰਾਰਥਨਾ ਕਰਨ ਲਈ ਆਖਦੇ ਹਾਂ। ਅਸੀਂ ਆਪਣੇ ਜਿਹੜੇ ਸਾਡੇ ਭੈਣ ਭਰਾ ਇਸ ਦੁਨੀਆ ਵਿੱਚੋਂ ਗਏ ਹੋਏ ਹਨ, ਅਸੀਂ ਉਹਨਾਂ ਰੂਹਾਂ ਦੇ ਲਈ ਵੀ ਦੁਆ ਕਰਨੀ ਹੈ, ਪ੍ਰਾਰਥਨਾ ਕਰਨੀ ਹੈ। ਚਾਹੇ ਕਿਸੇ ਬਿਮਾਰੀ ਕਾਰਨ ਪ੍ਰਭੂ ਦੇ ਕੋਲ ਗਏ, ਚਾਹੇ ਪ੍ਰਭੂ ਦਾ ਵਚਨ ਸੁਣਾਉਂਦੇ ਸਮੇਂ ਉਹਨਾਂ 'ਤੇ ਜ਼ੁਲਮ ਹੁੰਦੇ, ਅਤਿਆਚਾਰ ਹੋਏ ਹਨ, ਉਹਨਾਂ ਦੀਆਂ ਰੂਹਾਂ ਪ੍ਰਭੂ ਦੇ ਕੋਲ ਹਨ। ਪ੍ਰਭੂ ਉਹਨਾਂ ਨੂੰ ਸਵਰਗਾਂ ਦੇ ਦੂਤ ਬਣਾਵੇ। ਉਹਨਾਂ ਸਭ ਲਈ ਅਸੀਂ ਦੁਆ ਕਰਾਂਗੇ, ਪ੍ਰਾਰਥਨਾ ਕਰਾਂਗੇ। ਅੱਜ ਪਵਿੱਤਰ ਬਾਈਬਲ 'ਚੋਂ ਅਸੀਂ ਪੜ੍ਹਾਂਗੇ ਨਵਾਂ ਐਤਨਾਮਾ, ਪ੍ਰਕਾਸ਼ ਦੀ ਪੋਥੀ ਚੈਪਟਰ 7 2 ਤੋਂ 4 ਆਇਤਾਂ, ਫਿਰ 9 ਤੋਂ 14 ਆਇਤਾਂ। ਰੈਵਲੇਸ਼ਨ chapter 7 verses 2 till 4, verses 9 till 14. God's people will be preserved. ਪਰਮੇਸ਼ਰ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਪ੍ਰਕਾਸ਼ ਦੀ ਪੋਥੀ ਸੰਤ ਯਹੂਨਾ ਦੇ ਦੁਆਰਾ ਲਿਖੀ ਗਈ ਹੈ। ਸੰਤ ਯਹੂਨਾ ਸਵਰਗ ਦੇ ਜੋ ਵੀ ਉਸਨੇ ਇਹ ਦਰਸ਼ਨ ਕੀਤੇ ਹਨ, ਉਸ ਦੇ ਬਾਰੇ ਸਾਨੂੰ ਇਹ ਦੱਸ ਰਿਹਾ। ਉਸਨੇ ਕਿਹਾ ਕਿ ਤਦ ਮੈਂ ਇੱਕ ਹੋਰ ਸਵਰਦੂਤ ਨੂੰ ਚੜ੍ਹਦੇ ਵਾਲੇ ਪਾਸਿਓਂ ਜਿਉਂਦੇ ਪਰਮੇਸ਼ਰ ਦੀ ਮੋਹਰ ਲਈ ਉੱਪਰ ਉੱਠਦੇ ਦੇਖਿਆ। ਉਸ ਨੇ ਉੱਚੀ ਆਵਾਜ਼ ਨਾਲ 4 ਸਵਰਦੂਤਾਂ ਨੂੰ, ਜਿਨ੍ਹਾਂ ਨੂੰ ਧਰਤੀ ਅਤੇ ਸਮੁੰਦਰ ਦੀ ਹਾਨੀ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਪੁਕਾਰ ਕੇ ਕਿਹਾ, ਧਰਤੀ, ਸਮੁੰਦਰ ਜਾਂ ਰੁੱਖਾਂ ਦੀ ਉਸ ਸਮੇਂ ਤੱਕ ਕੋਈ ਹਾਨੀ ਨਾ ਕਰਨਾ ਜਿਸ ਸਮੇਂ ਤੱਕ ਅਸੀਂ ਪਰਮੇਸ਼ਰ ਦੇ ਦਾਸਾਂ ਦੇ ਮੱਥਿਆਂ 'ਤੇ ਮੋਹਰ ਨਾ ਲਾ ਲਈਏ। ਤਦ ਮੈਂ ਇਹਨਾਂ ਸਭ ਦੀ ਗਿਣਤੀ ਸੁਣੀ ਜਿਨ੍ਹਾਂ 'ਤੇ ਮੋਹਰ ਲਾਈ ਗਈ ਸੀ। ਇਹ ਗਿਣਤੀ 1,44,000 ਸੀ, ਅਰਥਾਤ ਇਸਰਾਇਲ ਦੇ ਸਭ ਕਬੀਲਿਆਂ ਦੇ ਲੋਕਾਂ ਦੀ, ਜਿਨ੍ਹਾਂ 'ਤੇ ਇਹ ਮੋਹਰ ਲੱਗੀ ਸੀ। ਇਸ ਦਾ ਵੇਰਵਾ ਪ੍ਰਤੀ ਕਬੀਲਾ ਇਸ ਤਰ੍ਹਾਂ ਦੇ ਨਾਲ ਸੀ। ਵਰਸ 9 ਤੋਂ 14 ਆਇਤਾਂ ਪੜ੍ਹਾਂਗੇ। ਵਰਸਸ 9 till 14। ਇੱਕ ਵੱਡੀ ਭੀੜ। ਇਸ ਦੇ ਪਿੱਛੋਂ ਮੈਂ ਇੱਕ ਵੱਡੀ ਭੀੜ ਨੂੰ ਤਖਤ ਅਤੇ ਮੇਮਨੇ ਦੇ ਸਾਹਮਣੇ ਖੜੇ ਦੇਖਿਆ। ਉਸ ਭੀੜ ਦੀ ਗਿਣਤੀ ਕੋਈ ਮਨੁੱਖ ਵੀ ਨਹੀਂ ਕਰ ਸਕਦਾ ਸੀ। ਉਸ ਭੀੜ ਵਿੱਚ ਹਰ ਕੌਮ, ਕਬੀਲੇ, ਦੇਸ਼ ਅਤੇ ਬੋਲੀ ਦੇ ਲੋਕ ਸਨ। ਉਹ ਸਭ ਚਿੱਟੇ ਕੱਪੜੇ ਪਾਏ ਅਤੇ ਹੱਥਾਂ ਵਿੱਚ ਖਜੂਰਾਂ ਦੀਆਂ ਟਹਿਣੀਆਂ ਲਈ ਖੜੇ ਸਨ। ਉਹ ਸਭ ਉੱਚੀ ਆਵਾਜ਼ ਨਾਲ ਬੋਲੇ, ਮੁਕਤੀ ਸਾਡੇ ਪਰਮੇਸ਼ਰ ਜੋ ਤਖ਼ਤ 'ਤੇ ਬੈਠਾ ਅਤੇ ਮੇਮਨੇ ਤੋਂ ਹੈ। ਉਸ ਸਮੇਂ ਤਖ਼ਤ ਦੇ ਚਾਰੇ ਪਾਸੇ ਖੜੇ ਸਭ ਸਵਰਦੂਤਾਂ, ਬਜ਼ੁਰਗਾਂ ਅਤੇ 4 ਜਾਨਵਰਾਂ ਨੇ ਧਰਤੀ 'ਤੇ ਮੂੰਹ ਪਾਰ ਡਿੱਗ ਕੇ
ਪਰਮੇਸ਼ਰ ਨੂੰ ਪ੍ਰਣਾਮ ਕੀਤਾ ਅਤੇ ਨਾਲ ਹੀ ਕਿਹਾ ਆਮੀਨ। ਸਾਡੇ ਪਰਮੇਸ਼ਰ ਦੀ ਮਹਿਮਾ, ਮਾਨ, ਬੁੱਧ, ਧੰਨਵਾਦ, ਆਦਰ, ਅਧਿਕਾਰ ਅਤੇ ਸ਼ਕਤੀ ਅਨੰਤ ਕਾਲ ਤੱਕ ਰਹੇ। ਆਮੀਨ। ਤਦ ਬਜ਼ੁਰਗਾਂ ਵਿੱਚੋਂ ਇੱਕ ਨੇ ਮੇਰੇ ਤੋਂ ਪੁੱਛਿਆ, ਇਹ ਚਿੱਟੇ ਕੱਪੜੇ ਵਾਲੇ ਕੌਣ ਲੋਕ ਹਨ ਅਤੇ ਇਹ ਕਿੱਥੋਂ ਆਏ ਹਨ? ਮੈਂ ਉੱਤਰ ਦਿੱਤਾ, ਸੁਆਮੀ ਜੀ, ਮੈਂ ਨਹੀਂ ਜਾਣਦਾ, ਇਹ ਤਾਂ ਤੁਸੀਂ ਹੀ ਜਾਣਦੇ ਹੋ। ਉਸਨੇ ਫਿਰ ਮੈਨੂੰ ਕਿਹਾ, ਇਹ ਲੋਕ ਉਹ ਹਨ ਜੋ ਵੱਡੀ ਮੁਸੀਬਤ ਵਿੱਚੋਂ ਨਿਕਲ ਕੇ ਆਏ ਹਨ। ਇਹ ਆਪਣੇ ਕੱਪੜੇ ਧੋ ਚੁੱਕੇ ਹਨ ਅਤੇ ਇਹਨਾਂ ਨੇ ਉਹਨਾਂ ਨੂੰ ਮੇਮਣੇ ਦੇ ਲਹੂ ਨਾਲ ਚਿੱਟਿਆ ਕੀਤਾ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਦੇ ਚੇਲੇ ਸੰਤ ਯੂਹੰਨਾ ਨੇ ਇਹ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ। ਉਸਨੇ ਜੋ ਵੀ ਪ੍ਰਭੂ ਯਿਸੂ ਮਸੀਹ ਨਾਲ ਰਹਿੰਦੇ ਹੋਏ ਦੇਖਿਆ, ਸੁਣਿਆ ਅਤੇ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਜੋ ਵੀ ਸਵਰਗ ਵਿੱਚ ਉਸ ਨੂੰ ਦਿਖਾਇਆ, ਇਹਨਾਂ ਵਚਨਾਂ ਵਿੱਚ ਦੱਸਿਆ ਗਿਆ ਹੈ। ਜਿਸ ਤਰ੍ਹਾਂ ਕਿਸੇ ਡਾਕੂਮੈਂਟਸ ਉੱਪਰ ਜਾਂ ਕਿਸੇ ਖਾਸ ਪੇਪਰਾਂ ਉੱਪਰ ਮੋਹਰ ਲਾਈ ਜਾਂਦੀ ਹੈ, ਉਹ ਪੱਕੀ ਹੋ ਜਾਂਦੀ ਹੈ ਅਤੇ ਸੁਰੱਖਿਅਤ ਰੱਖੀ ਜਾਂਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਵੀ ਆਪਣੇ ਵਿਸ਼ਵਾਸੀਆਂ ਦੇ ਮੱਥੇ, ਆਪਣੇ ਦਾਸਾਂ ਦੇ ਮੱਥਿਆਂ ਉੱਪਰ ਮੋਹਰ, ਸਟੈਂਪ ਲਾਉਂਦਾ ਹੈ ਅਤੇ ਉਹਨਾਂ ਦੀਆਂ ਰੂਹਾਂ ਦੀ ਰਖਵਾਲੀ ਕਰਦਾ ਹੈ। ਸਵਰਗ ਵਿੱਚ ਉਹਨਾਂ ਨੂੰ ਉੱਚੀ ਥਾਂ ਦਿੰਦਾ ਹੈ। ਪਵਿੱਤਰ ਆਤਮਾ ਰਾਹੀਂ ਸਭ ਵਿਸ਼ਵਾਸੀਆਂ ਦੇ ਰੂਹਾਂ ਨੂੰ ਨੁਕਸਾਨ ਨਹੀਂ ਪਹੁੰਚਣ ਦਿੰਦਾ, ਨਾਸ਼ ਨਹੀਂ ਹੋਣ ਦਿੰਦਾ। ਪਵਿੱਤਰ ਆਤਮਾ ਦੁਆਰਾ ਮੋਹਰ, ਸਟੰਪ ਲਗਾਈ ਜਾਂਦੀ ਹੈ। ਪਰਮੇਸ਼ਰ ਆਪਣੇ ਦਾਸਾਂ ਨੂੰ ਖਾਸ ਸਪੈਸ਼ਲੀ ਤਾਕਤ ਅਤੇ ਹੌਸਲਾ ਦਿੰਦਾ ਹੈ ਕਿ ਉਹ ਦੁਨਿਆਵੀ ਸਰੀਰਕ ਦੁੱਖਾਂ, ਜ਼ੁਲਮ ਅਤੇ ਅਤਿਆਚਾਰ ਵਿੱਚੋਂ ਦੀ ਲੰਘ ਸਕਣ ਅਤੇ ਅਨੰਤ ਜੀਵਨ ਹਾਸਲ ਕਰਨ। ਸੰਤ ਯੂਹੰਨਾ ਅੱਜ ਤੋਂ 2021 ਸਾਲ ਪਹਿਲਾਂ ਜੋ ਉਸਨੇ ਦੇਖਿਆ, ਉਹ ਦੱਸਦਾ ਹੈ ਕਿ ਉਸਨੇ 1,44,000 ਲੋਕ ਜਿਹੜੇ ਪਰਮੇਸ਼ਰ ਦੁਆਰਾ ਯਹੂਦੀਆਂ ਦੇ ਕਬੀਲਿਆਂ ਵਿੱਚੋਂ ਸੁਰੱਖਿਅਤ ਰੱਖੇ ਗਏ ਸਨ ਦੇਖਿਆ ਅਤੇ ਇੱਕ ਵੱਡੀ ਭੀੜ ਨੂੰ ਤਖਤ ਦੇ ਤੇ ਪ੍ਰਭੂ ਦੇ ਸਾਹਮਣੇ ਖੜੇ ਦੇਖਿਆ, ਜਿਹੜੇ ਦੁੱਖਾਂ ਅਤੇ ਜ਼ੁਲਮਾਂ ਰਾਹੀਂ ਪ੍ਰਭੂ ਪਰਮੇਸ਼ਰ ਕੋਲ ਪਹੁੰਚੇ ਸਨ। ਪਰਮੇਸ਼ਰ ਦੇ ਸਭ ਵਿਸ਼ਵਾਸੀ ਇਸ ਵਿੱਚ ਸ਼ਾਮਲ ਸਨ। ਸੋ ਮੇਰੇ ਭੈਣ ਭਰਾਵੋ, ਇਸ ਵਕਤ ਵੀ ਹਜ਼ਾਰਾਂ ਮਿਲੀਅਨ ਜੋ ਪ੍ਰਭੂ ਯਿਸੂ ਦੇ ਵਫਾਦਾਰ ਵਿਸ਼ਵਾਸੀ ਹਨ, ਪਰਮੇਸ਼ਰ ਦੇ ਕੋਲ ਹਨ ਅਤੇ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੀ ਮਹਿਮਾ ਤੇ ਵਡਿਆਈ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਮੁਕਤੀ ਪਰਮੇਸ਼ਰ ਅਤੇ ਮੇਮਣੇ ਤੋਂ, ਭਾਵ ਕਿ ਯਿਸੂ ਮਸੀਹ ਤੋਂ ਹੀ ਮਿਲਦੀ ਹੈ। ਪ੍ਰਭੂ ਯਿਸੂ ਰਾਹੀਂ ਹੀ ਪਾਪਾਂ ਤੋਂ ਮਾਫੀ ਮਿਲਦੀ ਹੈ। ਪ੍ਰਭੂ ਪਰਮੇਸ਼ਰ ਉਹਨਾਂ ਨੂੰ ਅਨੰਤ ਜੀਵਨ, ਸਵਰਗ ਜੀਵਨ ਦਿੰਦਾ ਹੈ। ਉਹਨਾਂ ਦੀਆਂ ਆਤਮਾਵਾਂ ਨੂੰ ਸੁਰੱਖਿਅਤ ਰੱਖਦਾ ਹੈ। ਜਿਹੜੇ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਕਰਦੇ ਹਨ, ਪਰਮੇਸ਼ਰ ਦਾ ਰਾਜ ਸਥਾਪਿਤ ਕਰਨ ਵਿੱਚ ਜ਼ੁਲਮ ਸਹਿੰਦੇ ਹਨ, ਅਤਿਆਚਾਰ ਸਹਿੰਦੇ ਹਨ, ਪ੍ਰਭੂ ਪਰਮੇਸ਼ਰ ਉਹਨਾਂ ਸਭ ਨੂੰ ਹਮੇਸ਼ਾ ਦੀ ਜ਼ਿੰਦਗੀ ਬਖਸ਼ਦਾ ਹੈ, ਸਵਰਗਾਂ ਦੇ ਦੂਤ ਬਣਾਉਂਦਾ ਹੈ। ਸੋ ਮੇਰੇ ਭੈਣ ਭਰਾਵੋ, ਅਸੀਂ ਪ੍ਰਭੂ ਦੇ ਕੋਲੋਂ ਇਨਾਮ, ਸਵਰਗੀ ਇਨਾਮ ਪ੍ਰਾਪਤ ਕਰਨ ਦੇ ਲਈ ਪ੍ਰਭੂ ਦਾ ਕੰਮ ਕਰਦੇ ਰਹਿਣਾ ਹੈ। ਉਹ ਪਰਮੇਸ਼ਰ ਦੇ ਵਚਨਾਂ ਤੇ ਨੂੰ ਪੜ੍ਹਨਾ, ਸੁਣਨਾ ਹੈ। ਹਮੇਸ਼ਾ ਹੀ ਉਸ ਅੱਗੇ ਦੁਆਵਾਂ ਕਰਨੀਆਂ, ਪ੍ਰਾਰਥਨਾ ਕਰਨੀਆਂ ਕਿ ਪ੍ਰਭੂ ਸਾਨੂੰ ਵੀ ਪਵਿੱਤਰ ਆਤਮਾ ਦਾ ਵਰਦਾਨ ਦੇਵੇ ਕਿ ਅਸੀਂ ਵੀ ਪ੍ਰਭੂ ਦਾ ਕੰਮ ਡਟ ਕੇ ਕਰਦੇ ਰਹੀਏ। ਆਮੀਨ, ਹਾਲੇਲੂਇਆ। ਥੈਂਕ ਯੂ ਜੀ, ਥੈਂਕ ਯੂ ਜੀਸਸ। ਧੰਨਵਾਦ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ। ਅਸੀਂ ਆਪਦਾ ਬਾਬਾ ਧੰਨਵਾਦ ਕਰਦੇ, ਸ਼ੁਕਰ ਕਰਦੇ ਪਏ ਯਿਸੂ ਜੀ ਇਹਨਾਂ ਵਚਨਾਂ ਦਾ, ਜੋ ਤੁਸੀਂ ਸਾਨੂੰ ਇਹ ਵਿਸ਼ਵਾਸ ਦੇ ਦੁਆਰਾ ਹੌਸਲਾ, ਤਸੱਲੀ ਦਿੱਤੀ ਹੈ
ਨਿਰਵਾਹ ਰੱਖਿਆ ਕਿ ਅਸੀਂ ਤੇਰੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ, ਸਮਝ ਸਕੀਏ ਕਿ ਤੇਰੇ ਵਿਸ਼ਵਾਸੀ ਸਵਰਗਾਂ ਵਿੱਚ ਆਪਦੀ ਬੰਦਗੀ ਦਿਨ ਰਾਤ ਬੰਦਗੀ ਕਰਦੇ ਹਨ। ਥੈਂਕ ਯੂ ਪਰ ਜੀ, ਥੈਂਕ ਯੂ ਜੀਸਸ। ਮੇਰੇ ਭੈਣ ਭਰਾ, ਹੁਣ ਅਸੀਂ ਪੜ੍ਹਦੇ ਹਾਂ ਸੰਤ ਮਤੀ ਦੀ ਇੰਜੀਲ ਚੈਪਟਰ 5 1 ਤੋਂ 12 ਆਇਤਾਂ। ਸੈਂਟ ਮੈਥਿਊ ਚੈਪਟਰ 5 verses 1 till 12. Jesus gives the sermon on the mount. ਪਹਾੜੀ ਉਪਦੇਸ਼। ਯਿਸੂ ਲੋਕਾਂ ਦੀ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ੍ਹ ਗਿਆ। ਜਦੋਂ ਉਹ ਬੈਠ ਗਏ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆ ਗਏ। ਫਿਰ ਯਿਸੂ ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇਣ ਲੱਗੇ। ਸੱਚਾ ਆਨੰਦ ਧੰਨ ਉਹ ਲੋਕ ਹਨ ਜਿਹੜੇ ਆਪਣੀ ਆਤਮਿਕ ਲੋੜ ਨੂੰ ਜਾਣਦੇ ਹਨ, ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ। ਧੰਨ ਉਹ ਲੋਕ ਹਨ ਜਿਹੜੇ ਸੋਗ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਧੀਰਜ ਦੇਵੇਗਾ। ਧੰਨ ਉਹ ਲੋਕ ਹਨ ਜਿਹੜੇ ਦੀਨ ਹਨ, ਉਹ ਪਰਮੇਸ਼ਰ ਦੀ ਪ੍ਰਤਿੱਗਿਆ ਅਨੁਸਾਰ ਅਸੀਸ ਪ੍ਰਾਪਤ ਕਰਨਗੇ। ਧੰਨ ਉਹ ਲੋਕ ਹਨ ਜਿਹੜੇ ਸੱਚਾਈ ਦੇ ਭੁੱਖੇ ਅਤੇ ਧਿਆਏ ਹਨ, ਪਰਮੇਸ਼ਰ ਉਹਨਾਂ ਨੂੰ ਤ੍ਰਿਪਤ ਕਰੇਗਾ। ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ, ਪਰਮੇਸ਼ਰ ਉਹਨਾਂ ਉੱਤੇ ਦਇਆ ਕਰੇਗਾ। ਧੰਨ ਉਹ ਲੋਕ ਹਨ ਜਿਨ੍ਹਾਂ ਦੇ ਮਨ ਪਵਿੱਤਰ ਹਨ, ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ। ਧੰਨ ਉਹ ਲੋਕ ਹਨ ਜਿਹੜੇ ਦੂਜਿਆਂ ਵਿੱਚ ਸ਼ਾਂਤੀ ਕਰਵਾਉਂਦੇ ਹਨ, ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ। ਧੰਨ ਉਹ ਲੋਕ ਹਨ ਜਿਹੜੇ ਸੱਤ ਦੇ ਕਾਰਨ ਸਤਾਏ ਜਾਂਦੇ ਹਨ, ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ। ਧੰਨ ਤੁਸੀਂ ਹੋ ਜਦੋਂ ਮੇਰੇ ਚੇਲੇ ਹੋਣ ਕਾਰਨ ਲੋਕ ਤੁਹਾਨੂੰ ਬੇਬੱਤ ਕਰਨ, ਤੁਹਾਨੂੰ ਦੁੱਖ ਦੇਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਅਤੇ ਝੂਠੀਆਂ ਗੱਲਾਂ ਕਹਿਣ। ਆਨੰਦਿਤ ਹੋਵੋ, ਖੁਸ਼ੀ ਮਨਾਓ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ। ਇਸੇ ਤਰ੍ਹਾਂ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਸਤਾਇਆ ਸੀ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਪ੍ਰਭੂ ਯਿਸੂ ਮਸੀਹ ਨੇ ਲੋਕਾਂ ਦੀ ਭੀੜ ਨੂੰ ਅਤੇ ਆਪਣੇ ਚੇਲਿਆਂ ਨੂੰ ਪਹਾੜ ਉੱਪਰ ਚੜ੍ਹ ਕੇ ਉਪਦੇਸ਼ ਸੁਣਾਇਆ, ਸਿੱਖਿਆ ਦਿੱਤੀ। ਪ੍ਰਭੂ ਯਿਸੂ ਨੇ ਘੋਸ਼ਣਾ ਕੀਤੀ ਕਿ ਉਸ ਦੇ ਰਾਜ ਵਿੱਚ ਬਹੁਤ ਉੱਚੀ ਪਦਵੀ, ਪਾਵਰ, ਤਾਕਤ, ਪੈਸੇ, ਧਨ ਆਦਿ ਜ਼ਰੂਰੀ ਨਹੀਂ ਹੈ। ਦਿਲੋਂ ਵਫਾਦਾਰ ਆਗਿਆਕਾਰੀ ਹੋਣਾ ਜ਼ਰੂਰੀ ਹੈ। ਇਹ ਉਸ ਸਮੇਂ ਦੇ ਘਮੰਡੀ ਧਾਰਮਿਕ ਲੀਡਰਾਂ ਨੂੰ ਚੈਲੰਜ ਕੀਤਾ ਗਿਆ ਸੀ ਅਤੇ ਸਾਨੂੰ ਸਭ ਨੂੰ ਵੀ ਇਹਨਾਂ ਵਚਨਾਂ ਤੋਂ ਸਿੱਖਿਆ ਮਿਲਦੀ ਹੈ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਪਰਤਾਵਿਆਂ ਤੋਂ ਬਚਣ ਦੇ ਲਈ ਚੇਤਾਵਨੀ ਦਿੱਤੀ ਕਿ ਉਹ ਮੇਰੇ ਸਾਥੀ, ਮੇਰੇ ਚੇਲੇ ਵਿਸ਼ਵਾਸੀ ਹੋਣ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਭੁੱਖੇ ਵੀ ਰਹਿਣਾ ਪਵੇਗਾ, ਜ਼ੁਲਮ ਅਤਿਆਚਾਰ ਵੀ ਉਹਨਾਂ ਪਰ ਹੋਣਗੇ। ਫਿਰ ਵੀ ਪ੍ਰਭੂ ਯਿਸੂ ਨੇ ਉਹਨਾਂ ਨੂੰ ਯਕੀਨ ਦਿਵਾਇਆ, ਹੌਸਲਾ ਦਿੱਤਾ ਕਿ ਉਹ ਅੰਤ ਵਿੱਚ ਸਵਰਗੀ ਇਨਾਮ ਪ੍ਰਾਪਤ ਕਰਨਗੇ। ਸੋ ਮੇਰੇ ਭੈਣ ਭਰਾਵੋ, ਸਾਨੂੰ ਸਭ ਲੋਕਾਂ ਨੂੰ, ਖਾਸ ਕਰਕੇ ਪ੍ਰਭੂ ਪਰਮੇਸ਼ਰ ਦੇ ਵਿਸ਼ਵਾਸੀਆਂ ਨੂੰ ਪ੍ਰਭੂ ਦੇ ਇਹਨਾਂ ਵਚਨਾਂ ਉੱਪਰ ਵਿਸ਼ਵਾਸ ਕਰਕੇ ਚੱਲਣਾ ਹੈ। ਜੇਕਰ ਅਸੀਂ ਪਰਮੇਸ਼ਰ ਲਈ ਜਿਉਣਾ ਚਾਹੁੰਦੇ ਹੋ ਤਾਂ ਸਾਨੂੰ ਹਰ ਇੱਕ ਮਾੜੀ ਚੰਗੀ ਬੁਰੀ ਗੱਲ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੀ ਦਿਲੋਂ ਮਦਦ ਕਰਨੀ ਹੈ, ਉਹਨਾਂ ਨੂੰ ਪਿਆਰ ਕਰਨਾ ਜਿਹੜੇ ਨਫ਼ਰਤ ਕਰਦੇ ਹਨ, ਤੁਹਾਨੂੰ ਗਲਤ ਬੋਲਦੇ ਹਨ। ਜੇਕਰ ਅਸੀਂ ਕਿਸੇ ਦੀ ਵੀ ਸੇਵਾ ਕਰਨ ਲਈ ਕੁਝ ਸਮਾਂ ਜਾਂ ਪੈਸਾ ਖਰਚ ਕਰਦੇ ਹਾਂ, ਪ੍ਰਭੂ ਪਰਮੇਸ਼ਰ ਨੇ ਇਸ ਦੇ ਬਦਲੇ ਸਾਡੇ ਲਈ ਬਹੁਤ ਕੁਝ ਸਵਰਗਾਂ ਵਿੱਚ ਰੱਖਿਆ ਹੈ। ਪ੍ਰਭੂ ਇਸ ਦੇ ਬਦਲੇ ਦੁੱਗਣਾ ਦੇਵੇਗਾ। ਦੁਨਿਆਵੀ ਜੀਵਨ ਤੇ ਰੂਹਾਨੀ ਜੀਵਨ ਦੀ ਹਮੇਸ਼ਾ ਦੀ ਜ਼ਿੰਦਗੀ ਦੀ ਤੁਲਨਾ ਕੀਤੀ ਗਈ ਹੈ। ਫਰੀਸੀ ਧਾਰਮਿਕ ਲੀਡਰ ਪਰਮੇਸ਼ਰ ਦੇ ਵਚਨਾਂ ਨੂੰ ਜਾਣਦੇ ਸਨ, ਪਰ ਉਹਨਾਂ ਉੱਪਰ ਅਮਲ ਨਹੀਂ ਕਰਦੇ ਸਨ। ਅਸੀਂ ਪ੍ਰਭੂ ਯਿਸੂ ਦੇ ਚੇਲੇ ਹੁੰਦੇ ਹੋਏ ਇਹਨਾਂ ਵਚਨਾਂ ਉੱਪਰ ਅਮਲ ਕਰਨਾ ਹੈ, ਵਿਸ਼ਵਾਸ ਕਰਨਾ ਹੈ ਜਿਹੜੇ
ਪ੍ਰਭੂ ਯਿਸੂ ਮਸੀਹ ਨੇ ਆਪਣੇ ਮੂੰਹੋਂ ਬੋਲੇ ਹਨ। ਹਰ ਵਚਨ ਪਵਿੱਤਰ ਤੇ ਧਨ ਹਨ, ਆਨੰਦਿਤ, ਖੁਸ਼ੀ ਨਾਲੋਂ ਵੱਧ ਬਲੈਸਡ ਹਨ। ਇਹੀ ਵਚਨ ਸਾਨੂੰ ਪਰਮੇਸ਼ਰ ਦੇ ਰਾਜ ਵਿੱਚ ਲੈ ਕੇ ਜਾ ਸਕਦੇ ਹਨ। ਪ੍ਰਭੂ ਯਿਸੂ ਕਹਿੰਦੇ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ। ਇਹ ਰਾਜ ਦੁਨਿਆਵੀ ਰਾਜ ਤੋਂ ਵੱਖਰਾ ਹੀ ਹੈ। ਸਾਨੂੰ ਸਵਾਰਥੀ, ਸੈਲਫਿਸ਼ਨੈਸ, ਕਮੰਡੀ, ਪ੍ਰਾਊਡੀ ਜਾਂ ਕਿਸੇ ਹੋਰ ਪਾਵਰ ਸ਼ਕਤੀ ਦੇ ਚਾਹਵਾਨ ਨਹੀਂ ਬਣਨਾ। ਪ੍ਰਭੂ ਯਿਸੂ ਦੀ ਕੁਰਬਾਨੀ ਅਤੇ ਨਿਮਰਤਾ ਉੱਤੇ ਧਿਆਨ ਕਰਨਾ ਹੈ। ਪ੍ਰਭੂ ਯਿਸੂ ਕਹਿੰਦੇ ਜਦੋਂ ਤੁਹਾਡੇ ਉੱਪਰ ਜ਼ੁਲਮ ਜਾਂ ਅਤਿਆਚਾਰ ਹੋਵੇ, ਖੁਸ਼ ਹੋਵੋ, ਆਨੰਦਿਤ ਹੋਵੋ। ਇਸ ਨਾਲ ਤੁਸੀਂ ਸਵਰਗੀ ਰਿਵਾਰਡ, ਇਨਾਮ ਜਿੱਤੋਗੇ। ਤੁਹਾਡਾ ਵਿਸ਼ਵਾਸ ਮਜ਼ਬੂਤ ਹੋਵੇਗਾ, ਦੂਜਿਆਂ ਲਈ ਤੁਹਾਡੀ ਗਵਾਹੀ ਹੋਵੇਗੀ ਅਤੇ ਉਹਨਾਂ ਨੂੰ ਵਫਾਦਾਰ ਹੋਣ ਦਾ ਹੌਸਲਾ ਮਿਲੇਗਾ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਪਰਮੇਸ਼ਰ ਦੇ ਨਬੀ, ਬਹੁਤ ਸਾਰੇ ਨਬੀ ਪੁਰਾਣੇ ਸਮੇਂ ਵਿੱਚ ਕਤਲ ਹੋਏ ਹਨ, ਜਿਸ ਤਰ੍ਹਾਂ ਏਲੀਆ ਨਬੀ, ਜਰਮਾਇਆ ਨਬੀ ਅਤੇ ਦਾਨੀਅਲ। ਸੋ ਮੇਰੇ ਭੈਣ ਭਰਾਵੋ, ਪਰਮੇਸ਼ਰ ਦੇ ਰਾਜ ਵਿੱਚ ਉਹਨਾਂ ਵਿਸ਼ਵਾਸੀ ਲੋਕਾਂ ਨੂੰ ਪ੍ਰਭੂ ਯਿਸੂ ਇਨਾਮ ਦੇਵੇਗਾ ਜੋ ਭਲੇ ਕੰਮ ਕਰਦੇ ਹਨ, ਦੂਜਿਆਂ ਦੇ ਲੋੜਵੰਦਾਂ ਭੈਣ ਭਰਾਵਾਂ ਦੀ ਮਦਦ ਕਰਦੇ ਹਨ ਅਤੇ ਪ੍ਰਭੂ ਪਰਮੇਸ਼ਰ ਦੀ ਖਾਤਰ ਜ਼ੁਲਮ, ਅਤਿਆਚਾਰ ਸਹਿੰਦੇ ਹਨ। ਪਰਮੇਸ਼ਰ ਦੇ ਰਾਜ ਵਿੱਚ ਉਹਨਾਂ ਸਭ ਨੂੰ ਉੱਚੀ ਪਦਵੀ ਮਿਲੇਗੀ। ਸੋ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰੋ, ਪ੍ਰਭੂ ਦਾ ਕੰਮ ਕਰਦੇ ਰਹੋ, ਪ੍ਰਭੂ ਦਾ ਨਾਮ ਦੂਸਰਿਆਂ ਨੂੰ ਪਿਆਰ ਨਾਲ ਸੁਣਾਵੋ ਔਰ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਪ੍ਰਾਰਥਨਾ ਕਰਦੇ ਰਹੋ। ਪ੍ਰਭੂ ਆਪ ਸਭ ਨੂੰ ਅਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ। ਅਸੀਂ ਆਪਦਾ ਬਾਬਾ ਧੰਨਵਾਦ ਕਰਦੇ, ਸ਼ੁਕਰ ਕਰਦੇ ਹਾਂ ਅੱਜ ਦੇ ਵਕਤ ਦੇ ਸਮੇਂ ਵਿੱਚ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਅੱਜ ਅਸੀਂ ਸ਼ਾਰਟ ਪ੍ਰਾਰਥਨਾ ਕਰਾਂਗੇ ਕਿਉਂਕਿ ਬਹੁਤ ਰੀਡਿੰਗਸ ਲੰਬੀ ਸੀ, ਇਸ ਕਰਕੇ ਬਿਮਾਰ ਭੈਣ ਭਰਾ ਦੀ ਦੁਆ ਕਰਾਂਗੇ। ਜੇ ਸਾਡੇ ਭੈਣ ਭਰਾ ਜਿਨ੍ਹਾਂ ਦੀਆਂ ਰੂਹਾਂ ਪ੍ਰਭੂ ਦੇ ਕੋਲ ਗਈਆਂ, ਉਹਨਾਂ ਦੇ ਲਈ ਦੁਆ ਕਰਾਂਗੇ, ਪ੍ਰਾਰਥਨਾ ਕਰਾਂਗੇ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ। ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਪ੍ਰਭੂ ਜੀ ਅੱਜ ਦੇ ਵਚਨਾਂ, ਅੱਜ ਦੇ ਸਮੇਂ ਲਈ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ। ਜਿਨ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਅੱਗੇ ਦੁਆਵਾਂ ਕਰਦੇ, ਬੇਨਤੀਆਂ ਕਰਦੇ ਪ੍ਰਭੂ ਯਿਸੂ, ਸਭ ਤੇ ਰਹਿਮ ਕਰਦਾ, ਕਰਨੀ ਕਿਰਪਾ ਕਰਨੀ ਪ੍ਰਭੂ ਯਿਸੂ ਜੀ। ਆਪਦੇ ਪਿਤਾ ਨਾਲ ਸ਼ੁਕਰ ਸਾਨੂੰ ਤੰਦਰੁਸਤੀ ਚੰਗੇ ਦਿਨ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਆਪਦਾ ਨਾਮ ਪਵਿੱਤਰ ਸ਼ੁੱਧ ਤੇਰੇ ਨਾਮ ਦੀ ਮਹਿਮਾ ਕਰਦੇ ਹਾਂ, ਬੜਾਈ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਤੁਸੀਂ ਸਾਡੇ ਸਵਰਗੀ ਡਾਕਟਰ ਹੋ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਆਪਦੇ ਇੱਕ ਵਚਨ ਦੇ ਨਾਲ ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ, ਤੰਦਰੁਸਤੀ ਮਿਲਦੀ ਹੈ, ਚੰਗਾਈ ਮਿਲਦੀ ਹੈ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਹਾਲੇਲੂਇਆ। ਪ੍ਰਭੂ ਯਿਸੂ ਅਸੀਂ ਦੁਆ ਕਰਦੇ ਹਾਂ ਜੇ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ ਹਨ ਜਾਂ ਹਸਪਤਾਲ 'ਚ ਬਿਮਾਰ ਹਨ ਪ੍ਰਭੂ ਯਿਸੂ, ਜਿਹਨੇ ਕਿਸੇ ਕਿਸਮ ਦੀ ਬਿਮਾਰੀ ਦੇ ਨਾਲ ਬਿਮਾਰ ਹਨ, ਜਿਨ੍ਹਾਂ ਨੂੰ ਭੈਣ ਭਰਾ ਸ਼ੂਗਰ ਦੀ ਬਿਮਾਰੀ, ਆਸਮਾ, ਕੈਂਸਰ, ਸੋਜ ਦੀ ਬਿਮਾਰੀ ਜਾਂ ਕਰੋਨਾ ਦੀ ਬਿਮਾਰੀ ਦੇ ਨਾਲ ਬਿਮਾਰ ਹਨ ਪ੍ਰਭੂ ਯਿਸੂ, ਉਹਨਾਂ ਸਭ ਦੀ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਪ੍ਰਭੂ ਯਿਸੂ ਜੀ। ਉਹਨਾਂ ਸਭ ਤੇ ਰਹਿਮ ਕਰ, ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯਿਸੂ ਜੀ। ਆਪਦੇ ਪੁੱਤਰ ਨਾਲ ਸ਼ੁਕਰ ਕਰੋ, ਤੰਦਰੁਸਤੀ ਚੰਗਾਈ ਦੇਣ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਹਾਲੇਲੂਇਆ, ਹਾਲੇਲੂਇਆ। ਯਿਸੂ ਨਾਲ ਅਸੀਂ ਦੁਆ ਕਰਦੇ, ਬੇਨਤੀ ਕਰਦੇ ਹਾਂ ਉਹਨਾਂ ਭੈਣ ਭਰਾਵਾਂ ਲਈ, ਉਹਨਾਂ ਪੁਰਖਾਂ ਲਈ ਪ੍ਰਭੂ ਯਿਸੂ ਜੀ, ਜਿਨ੍ਹਾਂ ਦੀਆਂ ਰੂਹਾਂ ਆਪਦੇ ਕੋਲ ਆਈਆਂ ਪ੍ਰਭੂ ਯਿਸੂ ਨਾਲ, ਅਸੀਂ ਕਿਸੇ ਵੀ ਦੁੱਖ ਦੇ ਕਾਰਨ, ਕਿਸੇ ਬਿਮਾਰੀ ਦੇ ਕਾਰਨ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਉਹਨਾਂ ਦੀਆਂ ਰੂਹਾਂ ਨੂੰ ਸਵਰਗੀ ਸ਼ਾਂਤੀ ਦੇਣੀ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਗੁਨਾਹ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ ਕਰਨਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਯਿਸੂ ਨਾਲ ਅਸੀਂ ਤੇਰਾ ਨਾਮ ਪਵਿੱਤਰ ਸ਼ੁੱਧ ਪ੍ਰਭੂ ਯਿਸੂ ਨਾਲ ਦੇ ਪੁੱਤਰ ਸ਼ਕਤੀ ਰਾਹੀਂ ਪਾਪਾਂ ਤੋਂ, ਗੁਨਾਹਾਂ ਤੋਂ, ਪਾਪਾਂ ਤੋਂ ਪ੍ਰਭੂ ਯਿਸੂ ਨੂੰ ਮਾਫੀ ਮਿਲਦੀ ਆ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਹਾਂ, ਆਪਦੇ ਪਵਿੱਤਰ ਖੂਨ ਦਾ ਧੰਨਵਾਦ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਯਿਸੂ ਨਾਲ ਅਸੀਂ ਪ੍ਰਭੂ ਯਿਸੂ ਦੁਆ ਕਰਦੇ, ਬੇਨਤੀ ਕਰਦੇ ਪ੍ਰਭੂ ਯਿਸੂ ਨਾਲ ਭੈਣ ਭਰਾਵਾਂ ਲਈ, ਯਿਸੂ ਨਾਲ ਅਸੀਂ ਜਿਨ੍ਹਾਂ ਦੀਆਂ ਰੂਹਾਂ ਆਪਦਾ ਵਚਨ ਸੁਣਦੇ ਸਮੇਂ ਜਿਨ੍ਹਾਂ ਦੇ ਜ਼ੁਲਮ ਹੋਏ ਹਨ, ਅਤਿਆਚਾਰ ਹੋਏ ਹਨ, ਉਹਨਾਂ ਦੀਆਂ ਰੂਹਾਂ ਆਪਦੇ ਕੋਲ ਆਈਆਂ ਪ੍ਰਭੂ ਯਿਸੂ ਜੀ। ਉਹਨਾਂ ਰੂਹਾਂ ਨੂੰ ਪ੍ਰਭੂ ਯਿਸੂ ਜੀ ਸਵਰਗਾਂ ਦੇ ਦੂਤ ਬਣਾਉਣਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਯਿਸੂ ਨਾਲ ਅਸੀਂ ਤੇਰੇ ਨਾਮ ਪਵਿੱਤਰ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਮਾਂ ਮਰੀਅਮ ਪ੍ਰਭੂ ਯਿਸੂ ਦੀ ਮਾਂ, ਸੰਤਰੀ ਮਾਂ ਟਰੀਜ਼ਾ, ਸਾਡੇ ਸੰਤ ਤੇ ਫਰਿਸ਼ਤੇ ਹੋ, ਤੁਸੀਂ ਸਵਰਗਾਂ ਚੋਂ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਦੇ ਤਖਤ ਦੇ ਇਰਦ ਗਿਰਦ ਬੈਠ ਕੇ ਦਿਨ
ਰਾਤ ਨੂੰ ਦੀ ਆਰਾਧਨਾ ਕਰਦੇ ਹੋ। ਪਲੀਜ਼ ਅਸੀਂ ਆਪਦੇ ਅੱਗੇ ਬੇਨਤੀਆਂ ਕਰਦੇ ਹਾਂ, ਉਹਨਾਂ ਸਭ ਭੈਣ ਭਰਾ ਦੁਆ ਕਰੋ, ਬੇਨਤੀਆਂ ਕਰੋ ਜਿਹੜੇ ਪ੍ਰਭੂ ਦਾ ਕੰਮ ਕਰਦੇ ਹਨ, ਪ੍ਰਭੂ ਦਾ ਪ੍ਰਚਾਰ ਸੁਣਦੇ ਹਨ, ਪ੍ਰਭੂ ਦਾ ਵਚਨ ਸੁਣਦੇ ਹਨ। ਪ੍ਰਭੂ ਯਿਸੂ ਨਾਜ਼ੀ ਉਹਨਾਂ ਸਭ ਤੇ ਰਹਿਮ ਕਰ ਦਇਆ ਕਰੇ, ਪਵਿੱਤਰ ਆਤਮਾ ਦੀ ਰਾਹੀਂ ਅਗਵਾਈ ਕਰੇ, ਪਵਿੱਤਰ ਆਤਮਾ ਰਾਹੀਂ ਸ਼ਕਤੀ ਦੇਵੇ, ਉਹਨਾਂ ਦੇ ਵਿਸ਼ਵਾਸ ਨੂੰ ਕਾਇਮ ਰੱਖੇ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਜੇ ਸਾਡੇ ਭੈਣ ਭਰਾ ਹਨੇਰੇ ਵਿੱਚ ਹਨ, ਪ੍ਰਭੂ ਯਿਸੂ ਨਾਜ਼ੀ ਉਹਨਾਂ ਸਭ ਨੂੰ ਆਪਦੇ ਚਰਨ ਵਿੱਚ ਲੈ ਕੇ ਆਓ। ਯਿਸੂ ਜੀ ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਹਾਲੇ ਯਿਸੂ ਨਾਜ਼ੀ ਅਸੀਂ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਉਹਨਾਂ ਸਭ ਭੈਣ ਭਰਾਵਾਂ ਯਿਸੂ ਨਾਜ਼ੀ ਜੇ ਸਾਡੇ ਭੈਣ ਭਰਾ ਪ੍ਰਚਾਰ ਕਰਦੇ ਹਨ, ਬਿਸ਼ਪ ਲੋਕ ਹਨ, ਫਾਦਰ ਲੋਕ, ਸਿਸਟਰ, ਪਾਸਟਰ ਲੋਕ, ਚਰਚਾਂ ਦੇ ਲੀਡਰ ਤੇਰੇ ਨਾਮ ਨੂੰ ਸੁਣਾਉਂਦੇ ਹਨ, ਤੇਰੇ ਵਚਨ ਨੂੰ ਪੜ੍ਹ ਕੇ ਸੁਣਾਉਂਦੇ ਹਨ। ਤੇਰੇ ਨਾਮ ਦੀ ਖਾਤਰ ਉਹਨਾਂ ਦੇ ਜ਼ੁਲਮ ਹੁੰਦੇ, ਅਤਿਆਚਾਰ ਹੁੰਦੇ। ਯਿਸੂ ਜੀ ਪਰ ਯਿਸੂ ਨਾਲ ਸਭ ਤਰ੍ਹਾਂ ਕਰ ਦਇਆ ਕਰੀ, ਪਿਤਰਾਂ ਨੇ ਅਗਵਾਈ ਕਰਨੀ, ਬੋਲਣ ਸਮੇਂ ਉਹਨਾਂ ਨੂੰ ਚੰਗੇ ਚੰਗੇ ਵਚਨ ਤੋਂ ਯਿਸੂ ਜੀ ਜੋ ਵੀ ਆਦਾ ਵਚਨ ਸੁਣੇ ਵਿਸ਼ਵਾਸ ਕਰੇ ਤੁਸੀਂ ਪ੍ਰਭੂ, ਤੁਸੀਂ ਪਰਮੇਸ਼ਰ ਹੋ, ਤੁਸੀਂ ਆਦਿ ਅੰਤ ਹੋ, ਤੁਸੀਂ ਪਹਿਲੇ ਤੇ ਅਖੀਰ ਹੋ, ਤੁਸੀਂ ਆਉਣ ਵਾਲੇ ਹੋ। ਯਿਸੂ ਜੀ ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਹਾਲੇ ਯਿਸੂ ਨਾਜ਼ੀ ਤੇਰੇ ਨਾਮ ਪਵਿੱਤਰ ਨਸ਼ਿਤ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪਏ। ਯਿਸੂ ਜੀ ਥੈਂਕ ਯੂ ਜੀ, ਹਾਲੇਲੂਇਆ। ਹਾਲੇ ਯਿਸੂ ਨਾਜ਼ੀ ਗਰੀਬ ਲੋੜਾਂ ਭੈਣ ਭਰਾ ਦੁਆ ਕਰਦੇ ਹਾਂ, ਉਹਨਾਂ ਜ਼ਰੂਰਤਾਂ ਲੋੜਾਂ ਪੂਰਾ ਕਰੋ। ਯਿਸੂ ਜੀ ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਦਾਨ ਕਰਦੇ ਹਨ, ਪਰ ਯਿਸੂ ਨਾਜ਼ੀ ਉਹਨਾਂ ਸਭ ਦੇ ਰਹਿਮ ਕਰ ਦਇਆ ਕਰਨੀ, ਕਿਰਪਾ ਕਰਨੀ, ਉਹਨਾਂ ਕੰਮਾਂ ਕਰ ਬਰਕਤ ਦੇਣਾ, ਕਰਮ ਸ਼ਾਂਤੀ ਦੇਣੀ, ਉਹਨਾਂ ਬੱਚਿਆਂ ਦੇ ਰਹਿਮ ਕਰ ਦਇਆ ਕਰਨੀ। ਯਿਸੂ ਜੀ ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਹਾਲੇ ਯਿਸੂ ਨਾਜ਼ੀ ਸਕੂਲ ਦੇ ਛੋਟੇ ਬੱਚਿਆਂ ਦੀ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਯਿਸੂ ਨਾਜ਼ੀ ਇਹ ਜੋ ਗੰਭੀਰ ਬਿਮਾਰੀਆਂ ਸੰਸਾਰ 'ਚ ਫੈਲੀਆਂ, ਇਹਨਾਂ ਬਿਮਾਰੀਆਂ ਬੱਚਿਆਂ ਨੂੰ ਬਚਾ ਕੇ ਰੱਖੋ। ਯਿਸੂ ਜੀ ਥੈਂਕ ਯੂ ਜੀ, ਥੈਂਕ ਯੂ ਜੀ। ਜੇ ਸਾਡੇ ਨੌਜਵਾਨ ਬੱਚੇ ਡਰੁੱਕ ਕਰਦੇ ਹਨ, ਨਸ਼ਾ ਕਰਦੇ ਹਨ, ਪਰ ਯਿਸੂ ਨੇ ਬੁਰੀਆਂ ਆਦਤਾਂ ਤੋਂ ਬਚਾ ਕੇ ਰੱਖੋ। ਯਿਸੂ ਜੀ ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਹਾਲੇ ਯਿਸੂ ਨਾਜ਼ੀ ਤੇਰਾ ਨਾਮ ਪਵਿੱਤਰ ਨਸ਼ਿਤ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਹਾਂ। ਜਿਹਨੇ ਵੀ ਸਾਡੇ ਭੈਣ ਭਰਾ ਦੇ ਕੇ ਦੁਆ ਕਰਦੇ, ਬੇਨਤੀ ਕਰਦੇ ਯਿਸੂ ਸਭ ਦੀ ਦੁਆ ਸੁਣਨਾ, ਕਬੂਲ ਕਰਨਾ, ਆਪਦੇ ਪਿੱਤਰ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ। ਆਮੀਨ, ਹਾਲੇਲੂਇਆ। ਥੈਂਕ ਯੂ ਜੀਸਸ, ਧੰਨਵਾਦ ਯਿਸੂ, ਧੰਨਵਾਦ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। प्रभु यीशु मसीह सिखाई प्रार्थना ऐ साडे बाप जो तू आसमान ते है, तेरा नाम पाक मने जावे, तेरा राज जावे, तेरी मर्जी जिहड़ी आसमान ते पूरी होंदी है जमीन ते पूरी होवे। साडे रोज़ रोटी सानू अज दे, साडे कसूर सानू माफ़ कर जिस तरह असीं अपने कसूरां नूं माफ़ करदे हां। सानू अज़मैश विच ना पा, सगों बुराई तो बचा, क्योंकि बादशाह कुदरत जलाल सदा ते हमेशा आपदे हन। आमीन, हालेलुया। थैंक यू जीसस। मां मरियम प्रयश दी मां, साडी मां संत रीमा ट्रीजा, संत जोसेफ, संत माइकल, संत जबराइल, संत फायर, सारे संतां दे फरिश्तिਆਂ ਨੂੰ 1,44,000 ਬਜ਼ੁਰਗਾਂ ਨੂੰ ਅਸੀਂ ਪ੍ਰਾਰਥਨਾ ਕਰਨ ਦੇ ਲਈ ਆਖਦੇ ਹਾਂ, ਸਿਫਾਰਿਸ਼ ਕਰਦੇ ਹਾਂ ਕਿ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ। ਜਿੰਨੇ ਵੀ ਸਾਡੇ ਭੈਣ ਭਰਾ ਇਸ ਸੰਸਾਰ ਵਿੱਚ ਪ੍ਰਭੂ ਦਾ ਪ੍ਰਚਾਰ ਕਰਦੇ ਹਨ, ਪ੍ਰਭੂ ਦਾ ਕੰਮ ਕਰਦੇ ਹਨ, ਪ੍ਰਭੂ ਉਹਨਾਂ ਸਭ ਤੇ ਰਹਿਮ ਕਰ ਦਇਆ ਕਰੇ, ਪਵਿੱਤਰ ਆਤਮਾ ਦਾ ਵਰਦਾਨ ਦੇਵੇ, ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਉਹ ਹੋਰ ਜ਼ਿਆਦਾ ਪ੍ਰਭੂ ਦਾ ਕੰਮ ਕਰਨ। थैंक यू जी, थैंक यू जीसस, हालेलुया। सलामे मरियम फजना परी खुदाबंद ते नाल है, तो औरतां विचों ताना नाल ताना तेरे पेट दा फल यीशु। ऐ हज़रत मरियम खुदा दी मां, असां गुनाहगारां दुआ कर हुण ते साडी मौत दे वेले। आमीन। बा बेटा तिरुपा दी वडियाई होवे जिहड़ी मुढों सेंत हमेशा होएगी। आमीन। ऐ मेरे नेत मेरी मां यीशु, साडे गुनाह सानू माफ़ कर, नगदियत तो सानू बचा, सब रूहां नूं सुर्ग नूं खिच लै, खास कर तेरे रहमत दे बहुत लोड़वंद हन। आमीन। थैंक यू जीसस, हालेलुया। धन्नवाद यीशु, धन्नवाद यीशु। थैंक यू जीसस, 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 जीसस। थैंक यू जीसस। प्रभु यीशु मसीह कृपा दया ते शांति, परमेश्वर दा प्यार, पवित्र आत्मा दी संगत साडे सब भैण भरावां दे नाल होवे। आमीन। गॉड ब्लेस यू। बाप बेटा तिरुपा दे नाम ते। आमीन।